ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ 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 ਵਾਹਿਗੁਰੂ 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 ਸਤਿਨਾਮ। ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਬੋਲੋ ਜੀ। ਵਾਹਿਗੁਰੂ ਜੀ ਬੋਲੋ ਜੀ। ਵਾਹਿਗੁਰੂ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਬੋਲੋ ਜੀ। ਵਾਹਿਗੁਰੂ ਜੀ ਬੋਲੋ ਜੀ। ਵਾਹਿਗੁਰੂ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਬੋਲੋ ਜੀ। ਵਾਹਿਗੁਰੂ ਜੀ ਬੋਲੋ ਜੀ। ਵਾਹਿਗੁਰੂ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲੋ ਜੀ। ਵਾਹਿਗੁਰੂ ਜੀ ਬੋਲੋ ਜੀ। ਵਾਹਿਗੁਰੂ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਵਾਹਿਗੁਰੂ ਜੀ ਬੋਲਣਾ ਜੀ। ਵਾਹਿਗੁਰੂ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ श्री अमृतसर साहिब जी के दर्शन इशनान चौंकियाँ झंडे बुंगे जुगो जुग अटल धर्म का जयकार बोलना जी। वाहिगुरू जी बोलना जी। वाहिगुरू जी। सिखां दा मन नीवा मत उच्ची मत दा राखा आप वाहिगुरू हे अकाल पुरख अपने पंथ दे सदा सहाई दातार जीओ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਦਾ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਹੈ ਜੀ। ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਪਾਤਸ਼ਾਹ ਜੀ ਆਪ ਜੀ ਦੇ ਚਲਾਏ ਹੋਏ ਨਿਰਮਲ ਪੰਥ ਦੀ ਮਹਿਕ ਸਮੁੱਚੀ ਦੁਨੀਆ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਰਹੀ ਹੈ। ਪਾਤਸ਼ਾਹ ਜੀਓ ਆਪ ਜੀ ਦਾ ਸਿਧਾਂਤ
ਨਾਮ ਜਪੋ ਵੰਡ ਛਕੋ ਕਿਰਤ ਕਰੋ। ਸਮੁੱਚੀ ਦੁਨੀਆ ਵਿੱਚ ਆਪ ਜੀ ਦੀ ਨਾਮ ਧਰੀਕ ਸਿੱਖ ਸੰਗਤ ਵੱਲੋਂ ਆਪ ਜੀ ਦੀ ਅਪਾਰ ਬਖਸ਼ਿਸ਼ ਸਦਕਾ ਪ੍ਰਚਾਰਿਆ ਤੇ ਕਮਾਇਆ ਜਾ ਰਿਹਾ ਹੈ। ਪਾਤਸ਼ਾਹ ਜੀਓ, ਆਪ ਜੀ ਦੀ ਅਸੀਸ, ਆਪ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਦੇਸ਼ਾਂ ਵਿਦੇਸ਼ਾਂ ਵਿੱਚ ਆਪ ਜੀ ਦੇ ਬੇਅੰਤ ਅਸਥਾਨ ਨੇ, ਜਿੱਥੋਂ ਪਾਤਸ਼ਾਹ ਜੀਓ ਆਪ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦੇ ਦੀ ਦਾਤ ਵੀ ਪ੍ਰਾਪਤ ਹੁੰਦੀ ਹੈ। ਪਾਤਸ਼ਾਹ ਜੀਓ ਸਰੀਰ ਦੀ ਤ੍ਰਿਪਤੀ ਵੀ ਹੁੰਦੀ ਹੈ ਤੇ ਆਪ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਗੁਰ ਸ਼ਬਦ ਦੇ ਲੰਗਰ ਵਿੱਚੋਂ ਰੂਹਾਂ ਦੀ ਆਤਮਿਕ ਭੁੱਖ ਵੀ ਦੂਰ ਹੁੰਦੀ ਹੈ। ਪਾਤਸ਼ਾਹ ਜੀਓ, ਥਾਂ ਪਰ ਥਾਂ ਆਪ ਜੀ ਦੇ ਸਜੇ ਹੋਏ ਦਰਬਾਰਾਂ ਵਿੱਚੋਂ ਆਪ ਜੀ ਦੇ ਦਰ ਘਰ ਤੋਂ ਵਰੋਸਾਏ ਹੋਏ ਮਹਾਂਪੁਰਸ਼ ਸੱਚਖੰਡ ਵਾਸੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਉਹਨਾਂ ਤੋਂ ਅੱਗੇ ਉਹਨਾਂ ਦੀ ਫੁਲਵਾੜੀ ਪਾਤਸ਼ਾਹ ਜੀਓ, ਉਹਨਾਂ ਤੋਂ ਵਰੋਸਾਏ ਹੋਏ ਮਹਾਂਪੁਰਸ਼ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ, ਔਰ ਅੱਗੇ ਇਸੇ ਤਰ੍ਹਾਂ ਚੱਲਦੀ ਪ੍ਰਣਾਲੀ ਵਿੱਚੋਂ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ। ਔਰ ਇਸ ਅਸਥਾਨ 'ਤੇ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਗੁਰੂ ਨਾਨਕ ਕੁਟੀਆ ਅੱਬੂਪੁਰਾ ਆਪ ਜੀ ਦਾ ਪਾਵਨ ਅਸਥਾਨ, ਜਿੱਥੇ ਪਾਤਸ਼ਾਹ ਜੀਓ ਆਪ ਜੀ ਨੇ ਆਪਣੇ ਪਰਮ ਸੇਵਕ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਰਹਿਣ ਵਾਲੇ ਬਾਬਾ ਹਰਮੇਲ ਸਿੰਘ ਜੀ ਨੂੰ ਸੇਵਾ ਲਈ ਭੇਜਿਆ। ਪਾਤਸ਼ਾਹ ਜੀਓ, ਮਹਾਂਪੁਰਸ਼ਾਂ ਨੇ ਆਪ ਜੀ ਦੇ ਭੈ ਭਾਉ ਵਿੱਚ ਰਹਿੰਦਿਆਂ, ਅੱਤ ਗਰੀਬੀ ਹੰਢਾਉਂਦਿਆਂ, ਪਾਤਸ਼ਾਹ ਜੀਓ ਇਲਾਕੇ ਦੀ ਹੀ ਨਹੀਂ, ਪਾਤਸ਼ਾਹ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਹੋਇਆ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਵੀ ਆਪ ਜੀ ਦੇ ਚਰਨਾਂ ਨਾਲ ਜੋੜਨ ਦੀ ਆਪ ਜੀ ਦੀ ਅਪਾਰ ਬਖਸ਼ਿਸ਼ ਸਦਕਾ ਨਿਸ਼ਕਾਮ ਸੇਵਾ ਨਿਭਾਈ। ਪਾਤਸ਼ਾਹ ਜੀਓ, ਮਹਾਂਪੁਰਸ਼ਾਂ ਦੀ ਸੇਵਾ ਵਿੱਚ ਆਪ ਜੀ ਨੇ ਬੇਅੰਤ ਵਿਦਿਆਰਥੀ ਭੇਜੇ ਔਰ ਸਾਰਿਆਂ ਨੇ ਆਪ ਜੀ ਦੀ ਕਿਰਪਾ ਸਦਕਾ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਲਾਹਾ ਲਿਆ। ਪਾਤਸ਼ਾਹ ਜੀਓ, ਮਹਾਂਪੁਰਸ਼ਾਂ ਦਾ ਸੁਪਨਾ ਸੀ ਇਸ ਅਸਥਾਨ 'ਤੇ ਗੁਰਮਤਿ ਸੰਗੀਤ ਵਿਦਿਆਲਿਆ ਹੋਵੇ, ਜਿੱਥੇ ਆਪ ਜੀ ਦੇ ਪਿਆਰੇ ਗੁਰਸਿੱਖ ਬੱਚੇ ਗੁਰਬਾਣੀ ਦੀ ਸੰਥਿਆ ਕਰਨ, ਕਥਾ ਕੀਰਤਨ ਦੀ ਸੰਥਿਆ ਕਰਨ। ਪਾਤਸ਼ਾਹ ਔਰ ਇੱਥੋਂ ਸੰਥਿਆ ਲੈ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਨਿਸ਼ਕਾਮ ਪ੍ਰਚਾਰ ਕਰਨ। ਪਾਤਸ਼ਾਹ ਜੀਓ, ਮਹਾਂਪੁਰਸ਼ਾਂ ਨੇ ਸੰਗੀਤ ਵਿਦਿਆਲੇ ਦੀ ਨੀਂਹ ਰੱਖੀ, ਬੱਚੇ ਸਿੱਖ ਕੇ ਔਰ ਆਪ ਜੀ ਦੀ ਰਜ਼ਾ ਅਨੁਸਾਰ ਥਾਂ ਪਰ ਥਾਂ ਸੇਵਾਵਾਂ ਨਿਭਾ ਰਹੇ ਨੇ। ਪਾਤਸ਼ਾਹ ਜੀਓ, ਮਹਾਂਪੁਰਸ਼ਾਂ ਦਾ ਸਰੀਰ ਕੁਝ ਢਿੱਲਾ ਹੈ, ਆਪ ਜੀ ਨੇ ਅਪਾਰ ਬਖਸ਼ਿਸ਼ ਕਰਨੀ। ਮਹਾਂਪੁਰਸ਼ਾਂ ਦੇ ਸਰੀਰ ਦੀ ਤੰਦਰੁਸਤੀ ਲਈ ਸਮੁੱਚੀ ਸੰਗਤ ਦੀ ਆਪ ਦੇ ਚਰਨਾਂ ਵਿੱਚ ਅਰਦਾਸ ਹੈ। ਪਾਤਸ਼ਾਹ ਜੀਓ, ਜਿਤਨੀ ਦੇਰ ਵੀ ਸਰੀਰ ਵਿੱਚ ਮਹਾਂਪੁਰਸ਼ ਇਸ ਸੰਸਾਰ ਵਿੱਚ ਵਿਚਰਨ, ਉਹਨਾਂ ਨੂੰ ਦੇ ਅਰੋਗਤਾ ਬਖਸ਼ਣੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ, ਸਰੀਰ ਦੇ ਕਲੇਸ਼ਾਂ ਨੂੰ ਦੂਰ ਕਰਨਾ। ਪਾਤਸ਼ਾਹ ਜੀਓ, ਰਹਿਮਤ ਕਰਨੀ। ਔਰ ਮਹਾਂਪੁਰਸ਼ਾਂ ਨੇ ਆਪਣੇ ਸਰੀਰ ਦੇ ਸਵਾਸਥ ਠੀਕ ਨਾ ਹੋਣ ਕਰਕੇ ਪਾਤਸ਼ਾਹ ਜੀਓ ਇਸ ਅਸਥਾਨ ਦੀ ਸੇਵਾ ਦੇਣ ਲਈ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਪਾਤਸ਼ਾਹ, ਜਿਸ ਤਰ੍ਹਾਂ ਆਪ ਜੀ ਦਾ ਹੁਕਮ ਹੈ, ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ। ਪਾਤਸ਼ਾਹ ਜੀਓ, ਮਹਾਂਪੁਰਸ਼ਾਂ ਦੀ ਸੇਵਾ ਕਰਨ ਵਾਲੇ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੀ ਨੂੰ ਮਹਾਂਪੁਰਸ਼ਾਂ ਵੱਲੋਂ ਇਸ ਅਸਥਾਨ ਦੀ ਸੇਵਾ ਸੰਭਾਲਣ ਲਈ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਪਾਤਸ਼ਾਹ ਜੀਓ, ਆਪ ਜੀ ਆਗਿਆ ਦਿਓ, ਕਿਰਪਾ ਕਰੋ ਇਸ ਅਸਥਾਨ ਦੇ ਨਾਲ ਜੁੜੀ ਸੰਗਤ ਨੂੰ ਆਪ ਜੀ ਦੇ ਚਰਨਾਂ ਨਾਲ ਜੋੜਨ ਦੀ ਸੇਵਾ ਭਾਈ ਜਸਵਿੰਦਰ ਸਿੰਘ ਜੀ ਹੋਰਾਂ ਨੂੰ ਨਿਭਾਉਣ ਦਾ ਬਲ ਵੀ ਬਖਸ਼ੋ। ਪਾਤਸ਼ਾਹ, ਨਾਲ ਹੀ ਅੱਜ ਮਹਾਂਪੁਰਸ਼ਾਂ ਵੱਲੋਂ ਆਪ ਜੀ ਤੋਂ ਦਸਤਾਰਬੰਦੀ ਕਰਨ ਦੀ ਆਗਿਆ ਮੰਗੀ ਜਾ ਰਹੀ ਹੈ। ਦਸਤਾਰਬੰਦੀ ਕਰਨ ਦੀ ਆਗਿਆ ਬਖਸ਼ੋ। ਭਾਈ ਜਸਵਿੰਦਰ ਸਿੰਘ ਹੋਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਮੁੱਚੀ ਸੰਗਤ ਦੇ ਨਾਲ ਨਿਮਰਤਾ ਸਹਿਤ ਮੇਲ ਮਿਲਾਪ ਰੱਖਦਿਆਂ ਹੋਇਆਂ ਪਾਤਸ਼ਾਹ ਜੀ ਉਹ ਵਿਚਰਨ ਦਾ ਬਲ ਵੀ ਬਖਸ਼ੋ। ਨਿਮਰਤਾ, ਗਰੀਬੀ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰੋ। ਪਾਤਸ਼ਾਹ ਜੀ ਆਪ ਜੀ ਨੇ ਸਾਰੇ ਕਾਰਜ ਆਪ ਅੰਗ ਸੰਗ ਰਹਿ ਕੇ ਸਾਰਾ ਜੀਵਨ ਭਾਈ ਜਸਵਿੰਦਰ ਸਿੰਘ ਹੋਰਾਂ ਤੋਂ ਕਰਵਾਉਣੇ। ਕਿਰਪਾ ਕਰਨੀ, ਜੀਵਨ ਵਿੱਚ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ। ਪਾਤਸ਼ਾਹ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ। ਇਸ ਵਕਤ ਆਪ ਜੀ ਕੇ ਹਜ਼ੂਰ ਆਪ ਜੀ ਦੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ। ਪ੍ਰਸ਼ਾਦ ਤਿਆਰ ਕਰਦਿਆਂ ਹੋਈਆਂ ਸੂਖਮ ਭੁੱਲਾਂ ਦੀ ਮੁਆਫੀ ਬਖਸ਼ੋ। ਅੱਗੇ ਤੋਂ ਸਮੱਤ ਬਖਸ਼ੋ। ਗਰੀਬ ਨਵਾਜ ਪਾਤਸ਼ਾਹ ਜੀਓ, ਆਪ ਜੀ ਭੋਗ ਲਾਓ।
ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤੇ। ਜੋ ਜੀ ਛਕੇ ਆਪ ਜੀ ਦਾ ਪਵਿੱਤਰ ਨਾਮ ਜਪੇ। ਨਾਲ ਹੀ ਆਪ ਜੀ ਦੇ ਪਾਵਨ ਲੰਗਰ ਗੁਰੂ ਕੇ ਲੰਗਰ ਤਿਆਰ ਨੇ, ਥਾਲਾ ਸਜ ਕੇ ਹਾਜ਼ਰ ਹੈ। ਆਪ ਜੀ ਪ੍ਰਸ਼ਾਦੇ ਦਾ ਭੋਗ ਲਾਓ, ਸੰਗਤ ਨੂੰ ਅਸੀਸ ਦਿਓ, ਸੀਤ ਪ੍ਰਸ਼ਾਦ ਬਖਸ਼ ਕੇ ਨਿਹਾਲ ਕਰੋ। ਇਸ ਵਕਤ ਆਪ ਜੀ ਕੇ ਹਜ਼ੂਰ ਆਪ ਜੀ ਦੇ ਲਈ ਸੁੰਦਰ ਵਸਤਰ ਭੇਟ ਕੀਤੇ ਗਏ ਨੇ, ਆਪ ਜੀ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਪ੍ਰਲੋਕ ਅੰਦਰ ਪਰਦੇ ਢੱਕਣੇ। ਸਮੁੱਚੀ ਇਲਾਕੇ ਦੀ ਸੰਗਤ ਵਿੱਚ, ਖਾਸ ਤੌਰ 'ਤੇ ਨਗਰ ਦੀ ਸੰਗਤ ਵਿੱਚ ਆਪਸੀ ਪਿਆਰ, ਇਤਫਾਕ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਗਰੀਬ ਨਵਾਜ ਆਪ ਜੀ ਦੇ ਹਜ਼ੂਰ ਦਸਤਾਰ ਹਾਜ਼ਰ ਹੈ। ਆਪ ਜੀ ਕਿਰਪਾ ਕਰਕੇ ਆਪਣੇ ਕਰ ਕਮਲਾਂ ਨਾਲ ਅਸੀਸ ਬਖਸ਼ੋ, ਪਾਤਸ਼ਾਹ ਜੀ ਪਿਆਰ ਬਖਸ਼ੋ ਔਰ ਮਹਾਂਪੁਰਸ਼ਾਂ ਨੂੰ ਦਸਤਾਰ ਭੇਂਟ ਕਰਨ ਦੀ, ਭਾਈ ਜਸਵਿੰਦਰ ਸਿੰਘ ਦੇ ਸਿਰ ਤੇ ਦਸਤਾਰ ਸਜਾਉਣ ਦੀ ਆਗਿਆ ਬਖਸ਼ੋ। ਹਰ ਤਰ੍ਹਾਂ ਕਰਕੇ ਮਿਹਰਾਂ ਕਰਨੀਆਂ, ਆਪ ਵਿੱਚ ਵਰਤ ਕੇ ਸਾਰੇ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਉਣੇ। ਇਲਾਹੀ ਹੁਕਮ ਬਖਸ਼ ਕੇ ਨਦਰੀ ਨਦਰ ਨਿਹਾਲ ਕਰਨਾ। ਆਈ ਹੋਈ ਸੰਗਤ ਦੀਆਂ ਭੇਟਾਵਾਂ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਣਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਸ੍ਰੀ ਵਾਹਿਗੁਰੂ ਜੀ ਏਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਮਹੱਲਾ ਪੰਜਵਾ। ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ। ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ। ਰਬ ਰਹਿਆ ਸਭਨੀ ਜਾਈ ਰਹਾਉ। ਧੁਰ ਕੀ ਬਾਣੀ ਆਈ
ਤੈਨ ਸਗਲੀ ਚਿੰਤ ਮਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਧੁਰ ਕੀ ਬਾਣੀ ਆਈ, ਤੈਨ ਸਗਲੀ ਚਿੰਤ ਮਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਜ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ। ਮਹਾਂਪੁਰਸ਼ਾਂ ਦੇ ਦਿੱਤੇ ਸੱਦੇ 'ਤੇ ਆਪ ਜੀ ਇੱਥੇ ਪਹੁੰਚੇ ਹੋ। ਮਹਾਂਪੁਰਸ਼ਾਂ ਵੱਲੋਂ ਇਸ ਅਸਥਾਨ ਦੇ ਸਾਰੇ ਸੇਵਾਦਾਰਾਂ ਵੱਲੋਂ, ਨਗਰ ਦੀ ਪੰਚਾਇਤ ਵੱਲੋਂ ਆਪ ਸਾਰੀ ਸੰਗਤ ਨੂੰ, ਜਿੰਨੇ ਵੀ ਆਪ ਜੀ ਦੂਰੋਂ ਨੇੜਿਓਂ ਆਏ ਹੋ, ਜੀ ਆਇਆਂ ਨੂੰ। ਜਿੰਨੇ ਵੀ ਕਦਮ ਚੱਲ ਕੇ ਆਏ, ਸਾਡੇ ਸਿਰ ਮੱਥੇ। ਅੱਜ ਦਾ ਜੋ ਪ੍ਰੋਗਰਾਮ ਹੈ, ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਸ ਅਸਥਾਨ 'ਤੇ ਬਾਬਾ ਜੀ ਪਿਛਲੇ ਕਈ ਦਹਾਕਿਆਂ ਤੋਂ, ਕਿਉਂਕਿ ਅਸੀਂ ਉਹ ਸਮਾਂ ਨਹੀਂ ਵੇਖਿਆ, ਸਾਡੇ ਬਜ਼ੁਰਗ ਬੈਠੇ ਨੇ, ਇਸ ਨਗਰ ਦੇ ਪਤਵੰਤੇ ਸੱਜਣ ਬੈਠੇ ਨੇ, ਜਿਨ੍ਹਾਂ ਨੇ ਬਾਬਾ ਜੀ ਦੇ ਇੱਥੇ ਆਉਣ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਸਾਰਾ ਵੇਖਿਆ। ਕਿਸ ਤਰ੍ਹਾਂ ਬਾਬਾ ਜੀ ਇੱਥੇ ਆਏ, ਪਹਿਲਾਂ ਕੰਨੀਆ ਸਾਹਿਬ ਆਏ, ਉਸ ਅਸਥਾਨ ਦੀ ਸੇਵਾ ਕੀਤੀ। ਬਹੁਤਿਆਂ ਨੂੰ, ਨਵੀਂ ਜੋ ਪੀੜ੍ਹੀ ਹੈ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ, ਬਾਬਾ ਜੀ ਬਚਨ ਕਰਦੇ ਹੁੰਦੇ ਸੀ ਕਿ ਕੰਨੀਆ ਸਾਹਿਬ ਜਦੋਂ ਇਮਾਰਤ ਬਣਾਈ ਪਹਿਲਾਂ ਵਾਲੀ, ਤੇ ਉਦੋਂ ਕੋਈ ਵਧੀਆ ਰਸਤੇ ਵੀ ਨਹੀਂ ਸੀ ਹੁੰਦੇ। ਬੁੱਢੇ ਦਰਿਆ ਵਿੱਚ ਬਾਬਾ ਜੀ ਕਹਿੰਦੇ ਇੰਨਾ ਪਾਣੀ ਹੁੰਦਾ ਸੀ, ਮੋਢੇ ਮੋਢੇ ਪਾਣੀ ਆਉਂਦਾ ਸੀ। ਸਦਵਾਂ ਬੇੜ ਤੋਂ ਬਾਬਾ ਜੀ ਕਹਿੰਦੇ 2 ਬੋਰੀਆਂ ਇਕੱਠੀਆਂ ਸੀਮੈਂਟ ਦੀਆਂ ਸਿਰ 'ਤੇ ਰੱਖ ਕੇ। ਅੱਜ ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਨੇ ਨਾ, ਸਾਡੇ ਵਰਗੇ ਬੜੀਆਂ ਗੱਲਾਂ ਆ ਕੇ ਬਾਬਾ ਜੀ ਨੂੰ ਵੀ ਕੁਝ ਕੌੜੇ ਸ਼ਬਦ ਬੋਲਣ ਵਾਲੇ ਬੰਦੇ ਆਪਾਂ ਜਾਣਦੇ ਹਾਂ ਨਾ, ਬਹੁਤ ਕੁਝ ਕਹਿੰਦੇ ਨੇ, ਪਰ ਉਹਨਾਂ ਨੇ ਕਮਾਈ ਕਿੱਡੀ ਵੱਡੀ ਕੀਤੀ। 2 ਬੋਰੀਆਂ 1 ਕੁਆਂਟਲ ਭਾਰ ਸਿਰ 'ਤੇ ਰੱਖ ਕੇ ਇੰਨੇ ਪਾਣੀ ਵਿੱਚੋਂ ਦੀ ਲੰਘਣਾ। ਕਾਰਨ ਕੀ ਸੀ? ਮਹਾਂਪੁਰਸ਼ਾਂ ਨਾਲ, ਗੁਰੂ ਨਾਲ ਪ੍ਰੇਮ। ਜੇ ਬਾਬਾ ਆਨੰਦ ਸਿੰਘ ਜੀ ਦੀ ਸੇਵਾ ਵਿੱਚ ਰਹੇ, ਤੇ ਕਦੇ ਅੱਜ ਤੱਕ ਬਾਬਾ ਜੀ ਨੂੰ ਅਸੀਂ ਬੜੀ ਵਾਰ ਬੇਨਤੀਆਂ ਕੀਤੀਆਂ, ਬਾਬਾ ਜੀ ਤੁਹਾਡੇ ਨਾਲ ਬਾਬਾ ਜੀ ਦਾ ਕੀ ਬਚਨ ਵਿਲਾਸ ਹੋਇਆ, ਕਦੇ ਦੱਸੋ। ਕਦੇ ਨਹੀਂ ਦੱਸਿਆ ਸਾਨੂੰ ਕੀ ਕਿਹਾ। ਸਾਡੇ ਵਰਗੇ ਨੂੰ ਕੋਈ ਇੱਕ ਗੱਲ ਮਾੜੀ ਮੋਟੀ ਕੋਈ ਬਚਨ ਹੋ ਜਾਏ ਤੇ ਅਸੀਂ ਕਹਿੰਦੇ ਹਾਂ ਜੀ ਸਾਨੂੰ ਇਸ ਤਰ੍ਹਾਂ ਕਿਹਾ, ਮੈਂ ਐਂ ਕੀਤਾ। ਨਿਮਰਤਾ ਇੰਨੀ ਹੈ, ਤੁਸੀਂ ਸਾਰੇ ਜਾਣਦੇ ਹੋ। ਆਪਣੇ ਆਪ ਨੂੰ ਜਣਾਉਂਦੇ ਹੀ ਨਹੀਂ। ਸੱਚਮੁੱਚ ਜੇ ਗੱਲਾਂ ਮੈਂ ਬਹੁਤੀਆਂ ਕਰਾਂ ਤਾਂ ਸ਼ਾਇਦ ਬਾਬਾ ਜੀ ਨਾਰਾਜ਼ ਹੋ ਜਾਣ, ਕਿਉਂਕਿ ਉਹ ਨਹੀਂ ਚਾਹੁੰਦੇ ਸਾਡੀ ਕੋਈ ਸਿਫਤ ਕਰੇ। ਉਹਨਾਂ ਦਾ ਤਾਂ ਮਕਸਦ ਹੈ ਗੁਰੂ ਦੀ ਸਿਫਤ ਸਲਾਹ, ਗੁਰੂ ਕੀ ਬਾਣੀ ਦੀ ਸਿਫਤ ਸਲਾਹ ਹੋਵੇ। ਅਤੇ ਆਪਾਂ ਜਿਸ ਮਕਸਦ ਲਈ ਇੱਥੇ ਇਕੱਤਰ ਹੋਏ ਹਾਂ, ਬਾਬਾ ਜੀ ਨੇ ਕੰਨੀਆ ਸਾਹਿਬ ਸੇਵਾ ਕੀਤੀ, ਫਿਰ ਇਸ ਅਸਥਾਨ 'ਤੇ ਨਗਰ ਦੇ ਪਤਵੰਤੇ ਸੱਜਣ ਲੈ ਆਏ। ਅਤੇ ਬਾਬਾ ਜੀ ਅਕਸਰ ਕਿਹਾ ਕਰਦੇ ਨੇ ਕਿ ਸਾਡਾ ਕੋਈ ਵਿਚਾਰ ਨਹੀਂ ਸੀ ਕੋਈ ਅਸਥਾਨ ਬਣਾਉਣ ਦਾ। ਉਹ ਕਹਿੰਦੇ ਨੇ ਅਸੀਂ ਚਾਹੁੰਦੇ ਸਾਂ ਬਸ ਖੁੱਲ੍ਹਾ ਵਿਚਰਨਾ, ਥਾਂ ਥਾਂ ਤੋਂ 'ਤੇ ਜਾ ਕੇ ਸੇਵਾ ਕਰਨੀ। ਤੁਸੀਂ ਜਾਣਦੇ ਹੋ ਕਿ ਮਹਾਂਪੁਰਸ਼ਾਂ ਨੇ ਪੈਦਲ ਬਹੁਤ ਯਾਤਰਾ ਕੀਤੀ। ਅਨੰਦਪੁਰ ਸਾਹਿਬ ਤੋਂ ਬਾਬਾ ਜੀ ਕਹਿੰਦੇ ਅਸੀਂ ਚੱਲਦੇ ਹੁੰਦੇ ਸੀ, ਅਤੇ ਜਿੱਥੇ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਰੁਕੇ, ਜਿੱਥੇ ਵੀ ਮਹਾਰਾਜ ਨੇ ਪੜਾਅ ਕੀਤਾ, ਉੱਥੇ 2-2 ਰਾਤਾਂ ਘੱਟੋ ਘੱਟ ਰਹਿਣੀਆਂ। ਅਤੇ ਫਿਰ ਪਤਾ ਨਹੀਂ ਕਿੱਥੇ ਕਿੱਥੇ ਮਹਾਂਪੁਰਸ਼। ਦੁਆਬੇ ਦੇ ਇਕੱਲੇ ਪਿੰਡ ਬਾਰੇ ਪੁੱਛ ਲਓ ਅਤੇ ਬਾਬਾ ਜੀ ਸਾਰੇ ਜਾਣਦੇ ਨੇ। ਕਈ ਵਾਰ ਦੁਆਬੇ ਵਿੱਚ ਰਹਿਣ ਵਾਲਿਆਂ ਨੂੰ ਨਾ ਨਹੀਂ ਪਤਾ ਹੁੰਦਾ ਕਿ ਕਿਹੜਾ ਪਿੰਡ ਆ। ਸੁਣ ਕੇ ਕਈ ਸੰਗੀ ਦੁਆਬੇ ਦੇ ਆਉਂਦੇ ਨੇ, ਬਚਨ ਚੱਲ ਪੈਂਦੇ ਨੇ, ਅਤੇ ਬਾਬਾ ਜੀ ਜਦੋਂ ਸੁਣਾਉਂਦੇ ਨੇ ਕਿ ਫਲਾਣੇ ਪਿੰਡ ਦੇ ਨਾਲ ਫਲਾਨਾ, ਕਹਿੰਦੇ ਨੇ ਬਾਬਾ ਜੀ ਸਾਨੂੰ ਵੀ ਇੰਨੇ ਪਿੰਡਾਂ ਦਾ ਨਹੀਂ ਪਤਾ। ਬਾਬਾ ਜੀ ਨੇ ਬੜੀ ਸੇਵਾ ਕੀਤੀ ਅਤੇ ਨਿਮਰਤਾ ਨਾਲ ਕੀਤੀ, ਇਲਾਕੇ ਨੂੰ ਬੜਾ ਕੁਝ ਦਿੱਤਾ। ਕਈ ਵਾਰ ਇੱਕ ਸਵਾਲ ਉੱਠ ਖੜ੍ਹਦਾ, ਜਿਹੜੇ ਅਸੀਂ ਦੁਨਿਆਵੀ ਮੱਤ ਵਾਲੇ ਬੰਦੇ ਆ ਨਾ, ਸਾਡੀ ਜਿਹੜੀ ਬੁੱਧੀ ਆ ਬੜੀ ਸੀਮਤ ਹੈ। ਅਸੀਂ ਕਹਿੰਦੇ ਹਾਂ ਆਮ ਤੌਰ 'ਤੇ ਸਾਧ ਸ਼ਬਦ ਬਾਣੀ ਵਿੱਚ ਵੀ ਆਇਆ, ਸਤਿਕਾਰ ਨਾਲ ਆਇਆ, ਪਰ ਜਦੋਂ ਅਸੀਂ ਕਈ ਵਾਰ ਸਾਧ ਸ਼ਬਦ ਵਰਤਦੇ ਹਾਂ ਅਤੇ ਅਸੀਂ ਬੜੇ ਗੁੱਸੇ ਨਾਲ ਵਰਤਦੇ ਹਾਂ। ਫਲਾਨਾ ਸਾਧ, ਸਾਨੂੰ ਨਹੀਂ ਪਤਾ। ਅਸੀਂ ਕਹਿੰਦੇ ਹਾਂ ਬਸ ਮੌਜ ਕਰਦੇ ਨੇ, ਚਿੱਟੇ ਕੱਪੜੇ ਪਾਏ ਨੇ, ਇਹ ਕੀ ਕਰਦੇ ਨੇ, ਤਾਂ ਵਿਹਲੇ ਨੇ। ਪਰ ਕਦੇ ਸਾਧੂਆਂ ਦੇ ਕੋਲ ਰਹਿ ਕੇ ਵੀ ਕੁਝ ਨਹੀਂ ਜਾਣਿਆ ਜਾ ਸਕਦਾ। ਖੈਰ ਅਸਲੀਅਤ ਇਹ ਹੈ, ਪਰ ਫਿਰ ਵੀ ਕਦੇ ਨਾ ਕਦੇ ਕੋਈ ਬਚਨ ਐਸਾ ਤੁਹਾਨੂੰ ਸੁਣਨ ਲਈ ਮਿਲੇਗਾ, ਤੁਸੀਂ ਹੈਰਾਨ ਰਹਿ ਜਾਓਗੇ ਕਿ ਸਾਧੂ ਇਹੋ ਜਿਹੇ ਕਾਰਜ ਕਰਦੇ ਨੇ। ਮਹਾਂਪੁਰਸ਼ ਇਸ ਸੰਸਾਰ ਵਿੱਚ ਰੱਬ ਦੇ ਭੇਜੇ ਆਉਂਦੇ ਨੇ,
ਤੇ ਇੱਕ ਖਾਸ ਮਿਸ਼ਨ ਲੈ ਕੇ ਆਉਂਦੇ ਨੇ, ਰੱਬ ਨਾਲ ਜੋੜਨ ਦਾ ਮਿਸ਼ਨ, ਆਪਣੇ ਨਾਲ ਜੋੜਨ ਦਾ ਨਹੀਂ। ਸੰਸਾਰ 'ਤੇ ਪਖੰਡੀ ਲੋਕ ਵੀ ਹਨ ਜਿਹੜੇ ਆਪਣੇ ਨਾਲ ਜੋੜਦੇ ਨੇ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਪਹਿਲਾਂ ਵੀ ਸਨ, ਅੱਜ ਵੀ ਹਨ ਤੇ ਅਗਾਂਹ ਵੀ ਹੋਣਗੇ। ਕਿਸੇ ਚੀਜ਼ ਦੀ ਸੰਸਾਰ 'ਤੇ ਕਦੇ ਅਣਹੋਂਦ ਨਹੀਂ ਹੁੰਦੀ, ਕੋਈ ਚੀਜ਼ ਖਤਮ ਨਹੀਂ ਹੁੰਦੀ। ਰੱਬ ਦੇ ਪਿਆਰੇ, ਉਹਨਾਂ ਨੂੰ ਸੰਤ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ, ਮਹਾਂਪੁਰਸ਼ ਕਹਿ ਲਓ, ਕੱਲ੍ਹ ਨੂੰ ਵੀ ਹੋਣਗੇ, ਪਹਿਲਾਂ ਵੀ ਸਨ। ਮਹਾਂਪੁਰਸ਼ਾਂ ਨੇ ਇਲਾਕੇ ਨੂੰ ਜੋ ਕੁਝ ਦਿੱਤਾ ਉਹ ਗੱਲਾਂ ਤੁਸੀਂ ਸਾਰੇ ਜਾਣਦੇ ਹੋ। ਗੁਰੂ ਕਿਰਪਾ ਕਰੇ। ਹੁਣ ਬਾਬਾ ਜੀ ਦਾ ਸਰੀਰ ਕੁਝ ਸਮੇਂ ਤੋਂ ਢਿੱਲਾ ਹੈ, ਪਰ ਉਹ ਚੜ੍ਹਦੀ ਕਲਾ ਵਿੱਚ ਨੇ। ਸੰਗਤ ਨੂੰ ਬੇਨਤੀ ਹੈ ਕਿ ਬਾਬਾ ਜੀ ਚੜ੍ਹਦੀ ਕਲਾ ਵਿੱਚ ਨੇ, ਸਰੀਰ ਦਾ ਢਿੱਲਾ ਹੋ ਜਾਂਦਾ ਪਰ ਮਹਾਂਪੁਰਸ਼ ਹਮੇਸ਼ਾ ਚੜ੍ਹਦੀ ਕਲਾ ਵਿੱਚ ਨੇ। ਕਦੇ ਵੀ ਤੁਸੀਂ ਜਿਹੜੀ ਸੰਗਤ ਇੱਥੇ ਆਉਂਦੀ ਹੈ ਕਿ ਪਹਿਲਾਂ ਵੀ ਬਾਬਾ ਜੀ ਨੂੰ ਪੁੱਛਦੇ ਰਹੇ ਹੋ, ਬਾਬਾ ਜੀ ਕੀ ਹਾਲ ਹੈ, ਤੇ ਬਾਬਾ ਜੀ ਇੱਕੋ ਹੀ ਗੱਲ ਕਹਿੰਦੇ ਸਨ, ਭਾਈ ਮੌਜਾਂ ਕਰਦੇ ਹਾਂ, ਗੁਰੂ ਨਾਨਕ ਦੀ ਕਿਰਪਾ ਹੈ। ਸੋ ਬਾਬਾ ਜੀ ਠੀਕ, ਸਰੀਰ ਦੀ ਥੋੜ੍ਹੀ ਜੋ ਕਮਜ਼ੋਰੀ ਹੈ ਉਹ, ਪਰ ਫਿਰ ਵੀ ਉਹਨਾਂ ਨੇ ਜੋ ਸਮੇਂ ਦਾ ਜੋ ਇੱਕ ਵਿਧਾਨ ਹੈ ਪਰਮਾਤਮਾ ਦਾ, ਕੁਦਰਤ ਦਾ, ਕਿ ਇੱਕ ਸਰੀਰ ਨੂੰ ਇੱਕ ਖਾਸ ਸਮਾਂ ਮਿਲਦਾ, ਉਸ ਤੋਂ ਬਾਅਦ ਉਹ ਸਰੀਰ ਨੂੰ ਇਸ ਸੰਸਾਰ ਤੋਂ ਅਲੋਪ ਹੋਣਾ ਪੈਂਦਾ। ਸੋ ਉਹ ਸਮਾਂ ਜਾਂ ਗੁਰੂ ਪਾਤਸ਼ਾਹ ਜਾਣਦੇ ਨੇ ਜਾਂ ਮਹਾਂਪੁਰਸ਼ ਜਾਣਦੇ ਨੇ, ਪਰ ਉਹਨਾਂ ਨੇ ਆਪਣੇ ਬੈਠਿਆਂ ਬੈਠਿਆਂ, ਕਿਉਂਕਿ ਅਸਥਾਨਾਂ 'ਤੇ ਬੜਾ ਕੁਝ ਹੁੰਦਾ ਹੈ, ਬਾਅਦ ਵਿੱਚ ਬੜੇ ਰੌਲੇ ਪੈਂਦੇ ਨੇ, ਆਪਣੇ ਬੈਠਿਆਂ ਬੈਠਿਆਂ ਇਹ ਫੈਸਲਾ ਲਿਆ ਕਿ ਜਿਹੜੀ ਅਗਲੀ ਸੇਵਾ ਜਿਸ ਨੇ ਨਿਭਾਉਣੀ ਹੈ, ਜਿਹੜੇ ਸੇਵਾਦਾਰ ਨੇ, ਉਹ ਅਸੀਂ ਆਪਣੇ ਬੈਠਿਆਂ ਬੈਠਿਆਂ ਉਹਨੂੰ ਜ਼ਿੰਮੇਵਾਰੀ ਦੇਣੀ ਚਾਹੁੰਦੇ ਹਾਂ। ਅਤੇ ਅੱਜ ਉਸੇ ਜ਼ਿੰਮੇਵਾਰੀ ਦੀ ਜੋ ਰਸਮ ਹੁੰਦੀ ਹੈ, ਦਸਤਾਰਬੰਦੀ, ਜੋ ਅੱਜ ਮਹਾਂਪੁਰਸ਼ਾਂ ਨੇ ਆਪਣੇ ਸੇਵਕ ਭਾਈ ਜਸਵਿੰਦਰ ਸਿੰਘ ਹੋਰਾਂ ਨੂੰ ਦਸਤਾਰ ਦੇਣੀ ਹੈ। ਸੋ ਉਹਨਾਂ ਨੇ ਬੜੇ ਸੇਵਕ ਆਏ, ਬੜੇ ਸੇਵਾਦਾਰ ਆਏ, ਪਰ ਜਿਹੜਾ ਮਹਾਂਪੁਰਸ਼ਾਂ ਨੂੰ ਲੱਗਾ, ਕਿਉਂਕਿ ਅਸੀਂ ਕਿਸੇ ਮਨੁੱਖ ਬਾਰੇ ਕੀ ਜਾਣ ਸਕਦੇ ਹਾਂ, ਅਸੀਂ ਉਹਦੀ ਵੇਖ ਲਵਾਂਗੇ ਇੰਨੀ ਪੜ੍ਹਿਆ ਹੋਇਆ, ਇੰਨੀ ਉਮਰ ਹੈ, ਫਲਾਣੇ ਪਿੰਡ ਦਾ ਹੈ, ਪਰ ਅੰਦਰ ਉਹਦੇ ਕੀ ਹੈ, ਉਹ ਯੋਗ ਹੈ, ਉਹ ਸੇਵਾ ਸੰਭਾਲ ਸਕਦਾ ਹੈ। ਕੌਣ ਸੇਵਾ ਸੰਭਾਲ ਸਕਦਾ ਹੈ, ਕੌਣ ਯੋਗ ਹੈ, ਮਹਾਂਪੁਰਸ਼ ਜਾਣਦੇ ਨੇ। ਤੇ ਵੱਡੀ ਗੱਲ, ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ। ਸੇਵਾ ਉਹਨੂੰ ਮਿਲਦੀ ਹੈ ਜਿਹਦੇ ਮਸਤਕ ਉੱਪਰ ਧੁਰ ਦਰਗਾਹ ਤੋਂ ਇਹ ਦਾਤ ਲਿਖੀ ਜਾਂਦੀ ਹੈ। ਮਹਾਂਪੁਰਸ਼ਾਂ ਨੇ ਪ੍ਰਸੰਨ ਹੋ ਕੇ ਭਾਈ ਜਸਵਿੰਦਰ ਸਿੰਘ ਹੋਰਾਂ ਦਾ ਨਾਮ ਲਿਆ ਤੇ ਭਾਈ ਜਸਵਿੰਦਰ ਸਿੰਘ ਹੋਰਾਂ ਨੂੰ ਦਸਤਾਰਬੰਦੀ ਕੀਤੀ ਜਾਣੀ ਹੈ। ਅਰਦਾਸ ਹੋ ਚੁੱਕੀ ਹੈ। ਆਪਣਾ ਫਰਜ਼ ਹੈ ਮਹਾਂਪੁਰਸ਼ਾਂ ਦਾ ਹੁਕਮ ਮੰਨਣਾ। ਮਹਾਂਪੁਰਸ਼ਾਂ ਦਾ ਹੁਕਮ ਮੰਨਾਂਗੇ ਤੇ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਸਾਨੂੰ ਹਾਸਲ ਹੋਣਗੀਆਂ। ਤੇ ਜੇ ਕੋਈ ਮਹਾਂਪੁਰਸ਼ਾਂ ਦੇ ਹੁਕਮ ਦੀ ਅਦੂਲੀ ਕਰੇਗਾ ਭਾਈ, ਫਿਰ ਗੁਰੂ ਕਿਰਪਾ ਕਰੇ ਉਹ ਆਪਣਾ ਜ਼ਿੰਮੇਵਾਰ ਆਪ ਹੈ। ਬਾਬਾ ਜੀ ਬਚਨ ਕਰਦੇ ਸਨ ਕਿ ਬਾਬਾ ਆਨੰਦ ਸਿੰਘ ਜੀ ਮਹਾਰਾਜ, ਉਹਨਾਂ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ ਬਾਬਾ ਆਨੰਦ ਸਿੰਘ ਜੀ ਨੇ ਆਪਣੇ ਬੈਠਿਆਂ ਸੇਵਾ ਦੇ ਦਿੱਤੀ। ਪਰ 7 ਸਾਲ ਬਾਬਾ ਜੀ ਨਾਨਕਸਰ ਨਹੀਂ ਆਏ, ਤੇ ਜਿਹੜੇ 7 ਸਾਲ ਸੇਵਾ ਨਿਭਾਉਣ ਵਾਲੇ ਸਨ, ਜਦੋਂ ਬਾਬਾ ਈਸ਼ਰ ਸਿੰਘ ਜੀ ਆਏ ਤੇ ਉਹਨਾਂ ਨੇ ਚਾਬੀਆਂ ਰੱਖ ਦਿੱਤੀਆਂ ਦਰਬਾਰ ਦੇ ਸਾਹਮਣੇ ਕਿ ਅਸੀਂ ਇੱਥੋਂ ਚੁੱਕੀਆਂ ਸੀ, ਇੱਥੇ ਰੱਖ ਦਿੱਤੀਆਂ। ਜਿਹੜੇ ਕਹਿੰਦੇ ਸਨ ਕੋਈ ਇੱਥੇ ਆ ਨਹੀਂ ਸਕਦਾ, ਚਿੜੀ ਨਹੀਂ ਫਰਕ ਸਕਦੀ। ਫਿਰ ਜਦੋਂ ਬਾਬਾ ਈਸ਼ਰ ਸਿੰਘ ਜੀ ਆਏ, ਬਾਬਾ ਜੀ ਕਹਿੰਦੇ ਕੋਈ ਇੱਧਰਲੇ ਪਾਸੇ ਦੀ ਭੱਜ ਗਿਆ, ਕੋਈ ਇੱਧਰ ਦੀ ਭੱਜ ਗਿਆ। ਤੇ ਬਾਬਾ ਈਸ਼ਰ ਸਿੰਘ ਜੀ ਦੇ ਆਉਣ ਤੱਕ 7 ਸਾਲਾਂ ਵਿੱਚ ਉੱਥੇ ਕੋਈ ਇਮਾਰਤ, ਕੁਝ ਨਵਾਂ ਨਹੀਂ ਹੋਇਆ। ਪਰ ਜਦੋਂ ਬਾਬਾ ਈਸ਼ਰ ਸਿੰਘ ਜੀ ਆ ਗਏ, ਉੱਥੇ ਵੇਖੋ ਕਿੱਡੇ ਵੱਡੇ ਮਹਿਲ ਬਣ ਗਏ, ਜਿਹਦੇ ਮਸਤਕ ਉੱਪਰ ਸਤਿਗੁਰੂ ਨੇ ਹੱਥ ਧਰ ਦਿੱਤਾ, ਜਿਹਨੂੰ ਇਹ ਸੇਵਾ ਦੇ ਦਿੱਤੀ ਧੁਰ ਦਰਗਾਹ ਤੋਂ, ਜਿਹਦੇ ਨਾਮ ਇਹ ਹੁੰਡੀ ਲਿਖੀ ਗਈ। ਇਹ ਸੇਵਾ ਉਸੇ ਨੇ ਨਿਭਾਉਣੀ ਹੈ। ਸੋ ਆਪਾਂ ਮਹਾਂਪੁਰਸ਼ਾਂ ਦਾ ਬਚਨ ਹੁਕਮ ਮੰਨਣਾ। ਸਾਰੇ ਨਗਰ ਨੇ, ਸਾਰੀ ਸੰਗਤ ਨੇ। ਵੱਡੀ ਗੱਲ, ਬਾਬਾ ਜੀ ਨੇ, ਕਿਉਂਕਿ ਜ਼ਿਆਦਾ ਬੋਲ ਨਹੀਂ ਹੁੰਦਾ, ਉੱਚੀ ਨਹੀਂ ਬੋਲਣਾ, ਹਾਲੇ ਡਾਕਟਰ ਨੇ ਮਨਾ ਕੀਤਾ ਹੈ। ਬਾਬਾ ਜੀ ਨੇ ਇੱਕੋ ਗੱਲ ਜਿਹੜੀ ਮੈਨੂੰ ਇੱਥੇ ਆਉਣ ਤੋਂ ਪਹਿਲਾਂ ਕਹੀ ਕਿ ਸੰਗਤ ਨੂੰ ਸਾਡੇ ਵੱਲੋਂ ਇਹ ਬੇਨਤੀ ਕਰਨੀ ਹੈ। ਸਾਧ ਸੰਗਤ ਜੀ, ਬਾਬਾ ਜੀ ਵੱਲੋਂ ਤੁਹਾਨੂੰ ਸਾਰਿਆਂ ਨੂੰ, ਆਪਾਂ ਨੂੰ ਬੇਨਤੀ ਹੈ ਕਿ ਭਾਈ ਜਸਵਿੰਦਰ ਸਿੰਘ ਇਕੱਲਾ ਇਸ ਅਸਥਾਨ ਦੀ ਸੇਵਾ ਨਹੀਂ ਨਿਭਾ ਸਕਦਾ। ਜੇ ਤੁਸੀਂ ਸੰਗਤ ਸਹਿਯੋਗ ਦਿਓਗੇ ਤੇ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਨਿਭਾਈ ਜਾ ਸਕੇਗੀ। ਸੋ ਆਪ ਜੀ ਨੇ ਇਹ ਸਮਝਣਾ ਕਿ ਮਹਾਂਪੁਰਸ਼ਾਂ ਨੇ ਜਸਵਿੰਦਰ ਸਿੰਘ ਨੂੰ ਥਾਪਿਆ ਤੇ ਉਹਨਾਂ ਦੇ ਹੁਕਮ ਉੱਪਰ ਆਪਾਂ ਫੁੱਲ ਚੜਾਉਣੇ ਨੇ। ਜਸਵਿੰਦਰ ਸਿੰਘ ਨੂੰ, ਭਾਈ ਜਸਵਿੰਦਰ ਸਿੰਘ ਹੋਰਾਂ ਨੂੰ ਪਿਆਰ, ਜਿਹੜੇ ਵੱਡੇ ਨੇ ਉਹਨਾਂ ਨੇ ਪਿਆਰ ਦੇ ਨਾਲ, ਕਿਉਂਕਿ ਤੁਹਾਡੇ ਬੱਚਿਆਂ ਦੇ ਸਮਾਨ ਹੈ, ਜਿਹੜੇ ਬਰਾਬਰ ਦੇ ਨੇ ਉਹਨਾਂ ਨੇ ਭਰਾਵਾਂ ਵਾਂਗ, ਛੋਟਿਆਂ ਨੇ ਵੱਡਿਆਂ ਦਾ ਜਿਵੇਂ ਸਤਿਕਾਰ ਕਰੀਦਾ ਉਸ ਸਤਿਕਾਰ ਦੇ ਵਾਂਗ। ਤੇ ਇੱਕ ਖਾਸ ਤੌਰ 'ਤੇ ਮਹਾਂਪੁਰਸ਼ਾਂ ਦਾ ਅਸਥਾਨ ਹੈ, ਉਹਨਾਂ ਦੀ ਥਾਂ 'ਤੇ ਇਹਨਾਂ ਨੇ ਸੇਵਾ ਕਰਨੀ। ਜਿਵੇਂ ਅਸੀਂ ਬਾਬਾ ਜੀ ਦਾ ਸਤਿਕਾਰ ਕਰਦੇ ਰਹੇ ਹਾਂ, ਭਾਈ ਉਸੇ ਤਰ੍ਹਾਂ ਸਤਿਕਾਰ ਕਰਨਾ ਹੈ। ਜੇ ਸਤਿਕਾਰ ਕਰਾਂਗੇ ਤੇ ਬਾਬਾ ਜੀ ਸਤਿਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਸਾਨੂੰ ਲੈ ਕੇ ਦੇਣਗੇ। ਸੋ ਹੁਣ ਬੇਨਤੀ ਹੈ, ਸੰਗਤ ਨੇ ਇੱਥੇ ਹੀ ਸਜੀ ਰਹਿਣਾ, ਕਿਸੇ ਨੇ ਉੱਠਣਾ ਨਹੀਂ। ਜਿਹੜੀ ਦਸਤਾਰਬੰਦੀ ਦੀ ਰਸਮ ਹੈ ਉਹ ਇੱਥੇ ਹੀ ਹੋਣੀ ਹੈ ਦਰਬਾਰ ਦੇ ਅੰਦਰ, ਕਿਉਂਕਿ ਬਾਬਾ ਜੀ ਮੰਜੇ ਤੋਂ ਉੱਠ ਕੇ ਇੱਧਰ ਨਹੀਂ ਆ ਸਕਦੇ, ਹਾਲੇ ਮਨਾ ਕੀਤਾ ਡਾਕਟਰ ਸਾਹਿਬ ਨੇ। ਸੋ ਆਪਾਂ ਕੁਝ ਸੱਜਣ ਜਿਹੜੇ ਮੋਹਤਬਾਰ ਨੇ, ਸਤਿਕਾਰਯੋਗ ਨਾਨਕਸਰ ਤੋਂ ਬਾਬਾ ਜੀ, ਬਾਬਾ ਸਤਨਾਮ ਸਿੰਘ ਜੀ ਸ਼ੀਸ਼ ਮਹਿਲ ਵਾਲੇ ਆਏ ਨੇ,
ਤੇ ਉਹਨਾਂ ਦੇ ਨਾਲ ਬਾਬਾ ਜੀ ਦੇ ਜਿਹੜੇ ਪੁਰਾਣੇ ਜਥੇ ਦੇ ਪਾਠੀ ਸਿੰਘ ਨੇ, ਭਾਈ ਭਜਨ ਸਿੰਘ ਹੋਰੀ, ਸਰਪੰਚ ਸਾਹਿਬ, ਇਸ ਨਗਰ ਦੇ ਸਰਪੰਚ ਸਾਹਿਬ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਜਾ ਕੇ ਥੋੜ੍ਹੇ ਸਿੰਘ, ਬਾਕੀ ਜਿਹੜੇ ਨਗਰਾਂ ਤੋਂ ਵੀ ਸੰਗਤ ਆਈ ਹੈ, ਗਿੱਦੜਵਿੰਡੀ ਤੋਂ, ਮਲਸੀਆਂ ਬਾਜਣ ਤੋਂ, ਜਾਂ ਹੋਰ ਤਰਾਊਵਾਲ ਤੋਂ, ਭੂੰਦੜੀ ਤੋਂ, ਸਿਧਵਾਂ ਬੇੜ ਤੋਂ, ਸਲੇਮਪੁਰੇ ਤੋਂ, ਸਾਰੇ ਹੀ ਆਏ ਨੇ। ਮੈਂ ਬੇਨਤੀ ਕਰਾਂਗਾ ਕਿ ਇੱਕ ਇੱਕ ਸੱਜਣ ਜੇ ਹਰ ਇੱਕ ਪਿੰਡ ਦਾ ਨਾਲ ਚਲਾ ਜਾਏ, ਕਿਉਂਕਿ ਉੱਥੇ ਤਸਵੀਰ ਫੋਟੋ ਵੀ ਕੀਤੀ ਜਾਏਗੀ। ਤੇ ਫਿਰ ਆ ਕੇ ਗਿੱਦੜਵਿੰਡੀ ਤੋਂ ਭਾਈ ਜਗਦੇਵ ਸਿੰਘ ਜੀ ਜਾ ਰਹੇ ਨੇ, ਬਾਬਾ ਸੁਖਦੇਵ ਸਿੰਘ ਜੀ ਜੋ ਮਹਾਂਪੁਰਸ਼ਾਂ ਦੇ ਜਥੇ ਵਿੱਚ ਪਹਿਲਾਂ ਬੜਾ ਪੁਰਾਣਾ, ਬੜੀ ਦੇਰ ਤੋਂ ਰਹੇ ਨੇ, ਤੇ ਇਸ ਸਥਾਨ 'ਤੇ ਜਿਹੜਾ ਸਮਾਗਮ ਹੁੰਦਾ ਉਹਦੇ ਵਿੱਚ ਸੈਕਟਰੀ ਦੀ, ਸਟੇਜ ਸਕੱਤਰ ਦੀ ਸੇਵਾ ਵੀ ਨਿਭਾਉਂਦੇ ਨੇ, ਉਹ ਜਾ ਰਹੇ ਨੇ। ਸੋ ਭੂੰਦੜੀ ਤੋਂ ਸਰਪੰਚ ਸਾਹਿਬ ਸਰਦਾਰ ਉਜਾਗਰ ਸਿੰਘ ਜੀ ਜਾ ਰਹੇ ਨੇ, ਸਰਦਾਰ ਬੂਟਾ ਸਿੰਘ ਜੀ ਪ੍ਰਧਾਨ ਸਿਧਵਾਂ ਬੇਟ ਤੋਂ, ਚਮਕੌਰ ਸਿੰਘ ਜੀ ਖੇੜੀ, ਔਰ ਨਾਲ ਹੀ ਬੇਨਤੀ ਹੈ ਕਿ ਮਲਸੀਹਾਂ ਬਾਜਣ ਤੋਂ ਇੱਕ ਸਿੰਘ ਜ਼ਰੂਰ ਨਾਲ ਜਾਵੇ। ਸਰਪੰਚ ਸਾਹਿਬ ਸਰਦਾਰ ਗੁਰਬਚਨ ਸਿੰਘ ਜੀ ਮਲਸੀਹਾਂ ਬਾਜਣ ਤੋਂ ਉਹ ਜਾ ਰਹੇ ਨੇ। ਸੋ ਸ਼ਾਇਦ ਮੈਂ ਕਿਸੇ ਨਗਰ ਦਾ ਨਾਮ ਭੁੱਲ ਗਿਆ ਹੋਵਾਂ, ਤੇ ਉਹ ਹਰ ਇੱਕ ਨਗਰ ਦਾ ਇੱਕ ਸਿੰਘ ਜ਼ਰੂਰ, ਭਾਈ ਹਰਦੇਵ ਸਿੰਘ ਜੀ ਜੰਡੀ ਵਾਲੇ ਜਿਹੜੇ ਅੰਮ੍ਰਿਤ ਸੰਚਾਰ ਜਥੇ ਵਿੱਚ ਵੀ ਸੇਵਾ ਕਰਦੇ ਨੇ, ਦਸ਼ਮੇਸ਼ ਅੰਮ੍ਰਿਤ ਸੰਚਾਰ ਜਥਾ। ਸੋ ਬੜਾ ਪਿਆਰ ਹੈ ਉਹਨਾਂ ਦਾ ਵੀ ਇਸ ਸਥਾਨ ਦੇ ਨਾਲ, ਉਹ ਜਾ ਰਹੇ ਨੇ। ਸੋ ਆਪਾਂ ਇੱਥੇ ਸਾਰੀ ਸੰਗਤ ਨੇ ਬੈਠੇ ਰਹਿਣਾ। ਪਹਿਲਾਂ ਸਾਰੀ ਜਿਹੜੀ ਬਾਬਾ ਜੀ ਸੀਸ ਤੇ ਦਸਤਾਰ ਜਸਵਿੰਦਰ ਸਿੰਘ ਦੇ ਜਾਣਗੇ, ਉਸ ਤੋਂ ਬਾਅਦ ਇਸ ਦਰਬਾਰ ਦੇ ਅੰਦਰ ਗੁਰੂ ਕੀ ਹਜ਼ੂਰੀ ਵਿੱਚ, ਕਿਉਂਕਿ ਸਾਰੀ ਕਿਰਪਾ ਗੁਰੂ ਦੀ ਹੈ, ਕਾਰਜ ਗੁਰੂ ਦਾ ਹੈ। ਸੋ ਗੁਰੂ ਦੀ ਹਜ਼ੂਰੀ ਵਿੱਚ ਜੋ ਅਗਲਾ ਪ੍ਰੋਗਰਾਮ ਹੈ, ਦਸਤਾਰਬੰਦੀ ਕੀਤੀ ਜਾਣੀ, ਦਸਤਾਰ ਇੱਥੇ ਆ ਕੇ ਸਜਾਈ ਜਾਏਗੀ, ਬਾਬਾ ਜੀ ਇੱਕ ਵਾਰ ਸੀਸ ਤੇ ਰੱਖਣਗੇ। ਸੋ ਸੰਗਤ ਨੂੰ ਬੇਨਤੀ ਹੈ ਕਿ ਜੋ ਮਹਾਂਪੁਰਸ਼ਾਂ ਦੀਆਂ ਬਾਤਾਂ ਨੇ, ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਪੜ੍ਹਦੇ ਹਾਂ ਤੇ ਮਹਾਂਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ ਮਹਿਮਾ ਗੁਰੂ ਕੀ ਬਾਣੀ ਵਿੱਚ ਦਰਜ ਹੈ। ਕਈ ਵਾਰ ਬੰਦੇ ਦੇ ਮਨ ਵਿੱਚ ਸਵਾਲ ਆ ਜਾਂਦਾ ਹੈ, ਆਮ ਤੌਰ 'ਤੇ ਅਸੀਂ ਵੇਖਦੇ ਹਾਂ, ਸਾਡਾ ਕੀ ਸੁਭਾਅ ਹੈ, ਸਾਡੇ ਜੀਵਨ ਵਿੱਚ ਦੁੱਖ ਆ ਗਿਆ, ਅਸੀਂ ਕਹਿੰਦੇ ਹਾਂ ਦੁੱਖ ਦੂਰ ਹੋ ਜਾਵੇ, ਸਤਿ ਸ੍ਰੀ ਅਕਾਲ। ਅਸੀਂ ਚਾਹੁੰਦੇ ਹਾਂ ਕਿ ਦੁੱਖ ਆਇਆ ਤੇ ਬਸ ਆਉਣ ਸਾਰੇ ਚਲਾ ਜਾਏ, ਹੁਣ ਸਾਡੇ ਘਰ ਰਵੇ ਨਾ। ਸਤਿ ਸ੍ਰੀ ਅਕਾਲ। ਭਾਈ ਜਸਵਿੰਦਰ ਸਿੰਘ ਜੀ ਨੂੰ ਜੋ ਸਤਿ ਸ੍ਰੀ ਅਕਾਲ। ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਵਾਹਿਗੁਰੂ। ਇਹਦੀ ਆਵਾਜ਼ ਬੁਝੀ ਹਣੀ ਇਹਦੀ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤ ਸਾਰੀ ਸੰਗਤ ਨੂੰ ਬੇਨਤੀ ਹੈ, ਸਤਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ, ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ। ਸਾਰੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਦੱਸ ਰਿਆਂ ਤੋਂ ਜਿਹੜੀ ਪਿਛਲੀਆਂ ਗਲਤੀਆਂ ਹੋਈਆਂ ਆਪ ਬਖਸ਼ਣ ਯੋਗ ਆ। ਇਸ ਕੱਲਿਆਂ ਤੋਂ ਨਹੀਂ ਕੰਮ ਹੋਣਾ ਭਾਈ, ਸਾਰਿਆਂ ਨੂੰ ਸਹਿਯੋਗ ਦੇਣਾ, ਬਾਬਾ ਜੀ ਦਾ ਹੁਕਮ ਦਾ ਪਾਲਣਾ ਕਰਨਾ ਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇੱਥੇ ਰੱਖੀ ਚਲੇ ਮੇਰੇ ਤੋਂ ਮੰਗੀ ਜਾਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਧਰ ਅਮਰਜੀਤ ਸਿੰਘ ਆ ਜੀ ਨਾਲ। ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਇਸ ਕੁਟੀਆ ਸਾਹਿਬ ਵਿਖੇ ਜੋ ਸੇਵਾਦਾਰ ਰਹਿੰਦੇ ਨੇ ਉਹਨਾਂ ਸਾਰੇ ਸੇਵਾਦਾਰਾਂ ਵੱਲੋਂ ਸਰੂਪਾਂ ਦਿੱਤਾ ਗਿਆ ਭਾਈ ਜਸਵਿੰਦਰ ਸਿੰਘ ਜੀ ਨੂੰ, ਤੇ ਉਹਨਾਂ ਨੇ ਆਪਣੀ ਸਹਿਮਤੀ ਜਤਾਈ ਹੈ ਕਿ ਅਸੀਂ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਹਾਂ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ। ਸੋ ਬੇਨਤੀ ਹੈ ਸੰਗਤ ਨੂੰ ਕਿ ਦੇਗ ਵਰਤਾਉਣ ਤੋਂ ਪਹਿਲਾਂ ਜੋ ਸਾਡੇ ਵਿਚਕਾਰ ਸਾਡੇ ਨਿਮਾਣੇ ਜੇ ਸੱਦੇ 'ਤੇ ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ ਸ਼ੀਸ਼ ਮਹਿਲ ਨਾਨਕਸਰ ਵਾਲੇ ਪਹੁੰਚੇ ਨੇ, ਉਹਨਾਂ ਮਹਾਂਪੁਰਸ਼ਾਂ ਨੂੰ ਖਾਸ ਤੌਰ 'ਤੇ ਜੀ ਆਇਆਂ ਨੂੰ ਆਖਦੇ ਹਾਂ। ਉਹਨਾਂ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਦਿੱਤਾ। ਸੋ ਨਾਲ ਹੀ ਅਸੀਂ ਉਹਨਾਂ ਦਾ ਜੋ ਬਾਬਾ ਜੀ ਵੱਲੋਂ ਇਸ ਅਸਥਾਨ ਵੱਲੋਂ ਕੁਟੀਆ ਸਾਹਿਬ ਵੱਲੋਂ ਸਨਮਾਨ ਕਰਨਾ ਹੈ। ਮੈਂ ਬੇਨਤੀ ਕਰਾਂਗਾ ਭਾਈ ਸੁਖਦੇਵ ਸਿੰਘ ਜੀ ਗਿੱਦੜਪਿੰਡੀ ਵਾਲੇ, ਉਹ ਬਾਬਾ ਜੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾਓ ਦੇਣਗੇ। ਬਾਬਾ ਸਤਨਾਮ ਸਿੰਘ ਜੀ ਹੋਰਾਂ ਨੂੰ ਨਾਲ ਭਾਈ ਜਸਵਿੰਦਰ ਸਿੰਘ ਜੀ ਵੀ ਆ ਜਾਣ। ਹਲੋ ਬਾਬਾ ਜੀ।
ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੋ ਬਾਬਾ ਜੀ ਦੇ ਨਾਲ ਜੋ ਸਿੰਘ ਆਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਅੱਗੇ ਆ ਜਾਣ। ਦੋ ਸਿੰਘ ਹੈ। ਬੋਲੇ ਸੋ ਨਿਹਾਲ। ਅਮਰ ਜੀ ਤੁਸੀਂ ਫੜ ਕੇ ਆਪਦੇ। ਠੀਕ ਹੈ ਜੀ। ਬੋਲੇ ਸੋ ਨਿਹਾਲ। ਬੇਨਤੀ ਕਰਾਂਗਾ ਭਾਈ ਹਰਦੇਵ ਸਿੰਘ ਜੀ ਜੰਡੀ, ਉਹ ਆ ਕੇ ਆਪਣਾ ਸਨਮਾਨ ਸਿਰੋਂ ਪਾਓ ਲੈਣ ਦੀ ਕਿਰਪਾਲਤਾ ਕਰਨ। ਭਾਈ ਹਰਦੇਵ ਸਿੰਘ ਜੀ ਜੰਡੀ। ਕਿਉਂਕਿ ਇਹ ਜੋ ਗੁਰੂ ਘਰ ਦੀ ਮਰਿਆਦਾ ਹੈ, ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਂਦੇ ਨੇ, ਇਸ ਕਰਕੇ ਭਾਈ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਹੈਗੀ ਬੇਨਤੀ ਹੈ ਕਿ ਮੈਂ ਪਹਿਲਾਂ ਵੀ ਸ਼ਾਇਦ ਅਨਾਉਂਸ ਕੀਤਾ ਸੀ, ਭਾਈ ਅਮਰੀਕ ਸਿੰਘ ਜੀ ਗਨੈਸਕ ਅਜੀਤਵਾਲ ਵਾਲੇ, ਜੋ ਜਿਨ੍ਹਾਂ ਨੇ ਸਤਿਕਾਰਯੋਗ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਉਹਨਾਂ ਦੀ ਜੀਵਨੀ ਲਿਖਣ ਦੀ ਸੇਵਾ ਕੀਤੀ ਹੈ। ਤਕਰੀਬਨ 20-22 ਸਾਲ ਪਹਿਲਾਂ ਉਹਨਾਂ ਨੇ ਬਾਬਾ ਜੀ ਦਾ ਜੀਵਨ ਲਿਖਿਆ ਸੀ, ਔਰ ਜਦੋਂ ਅਸੀਂ ਬਾਬਾ ਜੀ ਨੂੰ ਉਹਦੇ ਵਿੱਚੋਂ ਇੱਕ ਹਿੱਸਾ ਪੜ੍ਹ ਕੇ ਸੁਣਾਇਆ ਤੇ ਬਾਬਾ ਜੀ ਕਹਿਣ ਲੱਗੇ ਇਹ ਅਸਲ ਜੀਵਨ ਲਿਖਿਆ ਗਿਆ, ਇਹ ਸਹੀ ਤਰੀਕੇ ਨਾਲ ਲਿਖਿਆ ਗਿਆ, ਕਿਉਂਕਿ ਬਾਬਾ ਜੀ ਦਾ, ਬਾਬਾ ਨਾਨਕ ਸਿੰਘ ਜੀ ਦਾ ਬਚਨ ਸੀ ਸਾਡਾ ਜੀਵਨ ਲਿਖਣ ਵਾਲਾ ਕੋਈ ਆਵੇਗਾ। ਬਾਬਾ ਜੀ ਦੇ ਬਚਨਾਂ ਅਨੁਸਾਰ ਸੋ ਜੋ ਭਾਈ ਅਮਰੀਕ ਸਿੰਘ ਜੀ ਉਹ ਆ ਚੁੱਕੇ ਨੇ, ਸੋ ਉਹਨਾਂ ਨੂੰ ਜੋ ਸਿਰੋਪਾਓ ਦੀ ਬਖਸ਼ਿਸ਼ ਭਾਈ ਜਸਵਿੰਦਰ ਸਿੰਘ ਹੋਰੀ ਕਰਨਗੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੋ ਸੰਗਤ ਨੂੰ ਵੀ ਬੇਨਤੀ ਮੈਂ ਕਰਾਂਗਾ ਕਿ ਇਲਾਹੀ ਜੋਤ ਬਾਬਾ ਨਾਨਕ ਸਿੰਘ ਜੀ, ਚਤਰ ਸਿੰਘ, ਜੀਵਨ ਸਿੰਘ ਜੀ ਜੋ ਅੰਮ੍ਰਿਤਸਰ ਵਾਲੇ ਨੇ, ਉਹਨਾਂ ਵੱਲੋਂ ਇਹ ਜੀਵਨੀ ਬਾਬਾ ਜੀ ਦੀ ਛਾਪੀ ਗਈ ਹੈ, ਹੁਣ 4 ਭਾਗਾਂ ਵਿੱਚ ਵੀ ਮਿਲਦੀ ਹੈ। ਸੋ ਆਪ ਜੀ ਨੇ ਜ਼ਰੂਰ ਪੜ੍ਹਨ ਦੀ ਕਿਰਪਾਲਤਾ ਕਰਨੀ। ਸੋ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਨਗਰ ਦੇ ਸਰਪੰਚ ਸਾਹਿਬ ਗੁਰਮੀਤ ਸਿੰਘ ਜੀ ਹੋਰਾਂ ਨੂੰ ਕਿ ਉਹ ਵੀ ਸਟੇਜ ਤੇ ਸਾਡੇ ਕੋਲ ਆ ਜਾਣ, ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਉਜਾਗਰ ਸਿੰਘ ਜੀ ਉਹ ਵੀ ਆ ਜਾਣ, ਤੇ ਸਾਡੇ ਬਹੁਤ ਸਤਿਕਾਰਯੋਗ ਉਸਤਾਦ ਨੇ ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਨੇੜੇ ਆ ਜਾਣ। ਬੇਨਤੀ ਹੈ ਸੰਗਤ ਨੂੰ ਕਿ ਦੇਗ ਵਰਤ ਰਹੀ ਹੈ, ਉਪਰੰਤ ਸਾਰੀ ਸੰਗਤ ਨੇ ਗੁਰੂ ਕਾ ਲੰਗਰ ਛਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ, ਕਿਸੇ ਨੇ ਲੰਗਰ ਛਕੇ ਤੋਂ ਬਗੈਰ ਨਹੀਂ ਜਾਣਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤੁਹਾਡੇ ਲਈ ਹੈ ਜੀ। ਬੋਲੇ ਸੋ ਨਿਹਾਲ। ਸੋ ਬਾਬਾ ਜੀ ਵੱਲੋਂ ਨਗਰ ਦੀ ਪੰਚਾਇਤ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰੇ ਨਗਰ ਨਿਵਾਸੀਆਂ ਦਾ ਤੇ ਵੱਖ-ਵੱਖ ਨਗਰਾਂ ਤੋਂ ਆਈ ਹੋਈ ਸੰਗਤ ਦਾ ਖਾਸ ਤੌਰ ਤੇ ਬਹੁਤ-ਬਹੁਤ ਧੰਨਵਾਦ, ਜਿਹੜੇ ਤੁਸੀਂ ਬਾਬਾ ਜੀ ਦੇ ਇੱਕ ਬਚਨ ਤੇ ਫੁੱਲ ਚੜਾਉਂਦੇ ਹੋਏ ਇੱਥੇ ਆਏ ਹੋ, ਆਪਣਾ ਕੀਮਤੀ ਸਮਾਂ ਦਿੱਤਾ ਹੈ। ਗੁਰੂ ਕਿਰਪਾ ਕਰੇ ਤੁਹਾਡਾ ਇਹ ਸਮਾਂ ਲੇਖੇ ਵਿੱਚ ਲੱਗੇ। ਸੋ ਬੇਨਤੀ ਹੈ ਕਿ ਹੁਣ ਸਨਮਾਨ ਲਈ ਬੇਨਤੀ ਕੀਤੀ ਸੀ ਭਾਈ ਗਿਆਨੀ ਭਰਪੂਰ ਸਿੰਘ ਜੀ, ਜਿਨ੍ਹਾਂ ਨੇ ਦਰਜਨਾਂ ਬੱਚੇ ਗੁਰੂ ਕੀ ਬਾਣੀ ਨਾਲ ਜੋੜੇ ਨੇ, ਕਥਾ ਕੀਰਤਨ ਦੁਆਰਾ ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਇੱਥੇ ਵੀ ਕਰਦੇ ਰਹੇ ਨੇ। ਸੋ ਉਹਨਾਂ ਦਾ ਹੁਣ ਸਨਮਾਨ ਕੀਤਾ ਜਾਏਗਾ। ਨਾਲ ਹੀ ਭਾਈ ਉਜਾਗਰ ਸਿੰਘ ਜੀ, ਜੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸਾਹਿਬ ਅਬੂਪੁਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁੱਖ ਸੇਵਾਦਾਰ ਭਾਈ ਉਜਾਗਰ ਸਿੰਘ, ਜੇ ਉਹ ਨਹੀਂ ਤਾਂ ਉਹਨਾਂ ਦਾ ਕੋਈ ਵੀ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਕੇ ਸਨਮਾਨ ਲੈਣ ਦੀ ਕਿਰਪਾਲਤਾ ਕਰੇ। ਬੋਲੇ ਸੋ ਨਿਹਾਲ। ਸਾਡੇ ਵਿਚਕਾਰ ਬਹੁਤ ਹੀ ਸਤਿਕਾਰਯੋਗ ਬਾਬਾ ਭਗਤ ਸਿੰਘ ਜੀ ਮੋਗੇ ਵਾਲੇ ਪਹੁੰਚੇ ਨੇ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਦੇ ਹਾਂ। ਗੁਰੂ ਕਿਰਪਾ ਕਰੇ। ਸੋ ਗਿਆਨੀ ਭਰਪੂਰ ਸਿੰਘ ਜੀ ਖਹਿਰਾ, ਉਹਨਾਂ ਦਾ ਸਨਮਾਨ ਕੀਤਾ ਗਿਆ। ਭਾਈ ਉਜਾਗਰ ਸਿੰਘ ਜੀ ਜਿੱਥੇ ਆਵਾਜ਼ ਸੁਣਦੇ ਹੋਣ ਜਾਂ ਕੋਈ ਹੋਰ ਪ੍ਰਬੰਧਕ, ਉਹ ਆ ਕੇ ਸਿਰੋਪਾਓ ਲੈਣ ਦੀ ਕਿਰਪਾਲਤਾ ਕਰਨ। ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਦੇਗ ਲੈ ਕੇ ਪਿਆਰ ਨਾਲ ਪੰਗਤਾਂ ਲਾ ਕੇ ਜਿੱਥੇ ਵੀ ਪ੍ਰਬੰਧਕ ਕਹਿੰਦੇ ਨੇ ਪ੍ਰਸ਼ਾਦਾ ਛਕ ਕੇ ਫਿਰ ਆਪ ਜੀ ਨੇ ਜਾਣਾ। ਇੱਕ ਵਾਰ ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੋ ਅਗਲਾ ਜੋ ਪ੍ਰੋਗਰਾਮ ਹੋਵੇਗਾ
ਸਤਿਕਾਰਯੋਗ ਬਾਬਾ ਜੀ ਬਾਬਾ ਭਗਤ ਸਿੰਘ ਜੀ ਨੂੰ ਸਰੂਪਾਉ ਦਿੱਤਾ ਜਾ ਰਿਹਾ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸੋ ਗੁਰੂ ਕਿਰਪਾ ਕਰੇ, ਜਿੰਨੇ ਵੀ ਇਲਾਕੇ ਦੀ ਪਤਵੰਤੇ ਸੱਜਣ ਵੱਖ-ਵੱਖ ਨਗਰਾਂ ਦੀਆਂ ਪੰਚਾਇਤਾਂ ਆਈਆਂ ਨੇ ਜਾਂ ਮਹਾਂਪੁਰਸ਼ਾਂ ਦੇ ਜਥੇ ਵਿੱਚ ਜਿਹੜੇ ਪਹਿਲਾ ਸਿੰਘ ਰਹੇ ਨੇ, ਪੁਰਾਣੇ ਪਾਠੀ ਸਿੰਘ ਨੇ, ਉਹਨਾਂ ਦਾ ਖਾਸ ਤੌਰ ਤੇ ਬਹੁਤ-ਬਹੁਤ ਧੰਨਵਾਦ, ਜਿਹੜੇ ਇੱਕੋ ਫੋਨ ਕਰਨ ਤੇ ਇੱਥੇ ਪਹੁੰਚੇ ਨੇ। ਗੁਰੂ ਕਿਰਪਾ ਕਰੇ। ਸੋ ਸਾਰੀ ਸੰਗਤ ਦਾ ਇੱਕ ਵਾਰ ਫਿਰ ਧੰਨਵਾਦ। ਦੇਗ ਵਰਤ ਰਹੀ ਹੈ, ਜਿਹੜੀ ਸੰਗਤ ਨੇ ਦੇਗ ਲੈ ਲਈ ਹੈ, ਅੱਗੇ ਉਹ ਜਿੱਥੇ ਤੁਸੀਂ ਬੈਠੇ ਹੋ, ਜਿੱਥੇ ਸਤਿਕਾਰਯੋਗ ਬੀਬੀਆਂ ਬੈਠੀਆਂ ਨੇ ਦਰਬਾਰ ਦੇ ਬਿਲਕੁਲ ਸਾਹਮਣੇ, ਪੰਗਤੀਆਂ ਲਾਉਣ ਦੀ ਕਿਰਪਾਲਤਾ ਕਰਨ। ਅਸੀਂ ਖਿਮਾ ਚਾਹੁੰਦੇ ਹਾਂ ਭਾਈ ਰਮਨਦੀਪ ਸਿੰਘ ਜੀ, ਜੋ ਕਿ ਬਾਬਾ ਜੀ ਦੇ ਹੁਕਮ ਅਨੁਸਾਰ ਹੀ ਭੋਰਾ ਸਾਹਿਬ ਦੀ ਸੇਵਾ ਕਰ ਰਹੇ ਨੇ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਸੋ ਨਾਲ ਹੀ ਬੇਨਤੀ ਹੈ, ਭਾਈ ਰਮਨਦੀਪ ਸਿੰਘ ਹੋਰਾਂ ਲਈ ਵੀ ਗੁਰੂ ਘਰ ਦੀ ਬਖਸ਼ਿਸ਼ ਸਰੋਪਾਓ ਹੈ, ਕਿਉਂਕਿ ਉਹਨਾਂ ਦੇ ਸੱਟ ਲੱਗੀ ਹੋਣ ਕਰਕੇ ਉਹ ਦਰਬਾਰ ਵਿੱਚ ਨਹੀਂ ਆ ਸਕਦੇ। ਸੋ ਉੱਥੇ ਹੀ ਉਹਨਾਂ ਨੂੰ ਅਸੀਂ ਸਰੋਪਾਓ ਭੇਜ ਰਹੇ ਹਾਂ। ਕਿਵੇਂ? ਅੱਛਾ, ਲੰਗਰ ਵਾਲੀ ਕਮੇਟੀ ਦਾ ਉਹ ਹੈ ਨਹੀਂ ਸੀਗਾ ਇੱਥੇ ਹੁਣ ਤਾਂ। ਓਕੇ, ਠੀਕ ਹੈ। ਹਾਂਜੀ, ਡਾਕਟਰ ਕਰਮ ਸਿੰਘ ਜੀ, ਪਹਿਲਾਂ ਡਾਕਟਰ ਕਰਮ ਸਿੰਘ ਜੀ ਹੋਰਾਂ ਨੇ ਹੁਣ ਤੱਕ ਬਾਬਾ ਜੀ ਦੀ ਬੜੀ ਸੇਵਾ ਕੀਤੀ। ਹਰ ਰੋਜ਼ ਜੋ ਵੀ ਦਵਾਈ ਬੂਟੀ ਸਾਰਾ ਬਾਬਾ ਜੀ ਦੀ ਧਿਆਨ ਨਾਲ ਇਹ ਸਾਰਾ ਕੁਝ ਕਰਦੇ ਨੇ। ਦਵਾਈ ਕਿਸ ਤਰ੍ਹਾਂ ਲੈਣੀ ਹੈ, ਸੋ ਜਦੋਂ ਵੀ ਆਵਾਜ਼ ਮਾਰੀ ਦੀ ਆਉਂਦੇ ਨੇ। ਇੱਕ ਸਿਰੋਪਾਓ ਭਾਈ ਕਰਮ ਸਿੰਘ ਜੀ ਹੋਰਾਂ ਲਈ, ਭਾਈ ਕਰਮ ਸਿੰਘ, ਡਾਕਟਰ ਕਰਮ ਸਿੰਘ ਜੀ। ਬੋਲੇ ਸੋ ਨਿਹਾਲ। ਅੱਛਾ, ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਸਲੇਮਪੁਰੇ ਵਾਲੇ, ਦਮਦਮੀ ਟਕਸਾਲ ਦੇ ਵਿਦਿਆਰਥੀ ਨੇ, ਬੜੇ ਪਿਆਰੇ ਕੀਰਤਨੀਏ ਤੇ ਕਥਾਵਾਚਕ ਨੇ। ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਸਰੋਪਾਓ ਲੈਣ। ਭਾਈ ਸੁਰਿੰਦਰ ਸਿੰਘ ਜੀ। ਬਾਬਾ ਜੀ ਆ ਠੀਕ ਕਰ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੋ ਬਸ ਗੁਰਖੇ ਦਾ ਪੂਰਾ ਨਾਂ ਤਾਂ ਪੁੱਛ ਕੇ ਮਰ ਜਾ। ਗੁਰਖੇ ਦਾ ਨਾਂ ਪਤਾ ਕੀ ਹੈ? ਹਰਿੰਦਰ ਸਿੰਘ। ਫੇਸਬੁੱਕ ਤੇ ਦੇਖਣਾ। ਚਲ ਕੋਈ ਨਾ, ਲਾ ਦੇ ਦੇਂਗੇ, ਉੱਥੇ ਦੇ ਦੇਂਗੇ। ਆ ਕਰਤੀ। ਹਾਂਜੀ, ਨਹੀਂ ਬਾਬਾ ਚਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਿੰਟ, ਬੇਨਤੀ ਹੈ ਕਿ ਬਾਬਾ ਜੀ ਦੇ ਪਰਿਵਾਰ ਵਿੱਚੋਂ ਭਾਮੀਆਂ ਕਲਾਂ ਤੋਂ ਬਾਬਾ ਜੀ ਦੇ ਭਤੀਜੇ ਤੇ ਨਾਲ ਉਹਨਾਂ ਦੇ ਹੋਰ ਵੀ ਸੰਗਤ ਆਈ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਆਖਦੇ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਨਾਨਕਾਵਰ ਪਰਿਵਾਰ, ਨਾਨਕਾ ਪਰਿਵਾਰ ਸਦਰਪੁਰੇ ਤੋਂ। ਉਹ ਤਾਂ ਬਾਬਾ ਜੀ ਦਾ ਨਾਂ ਕੀ ਪੂਰਾ? ਜੀਤ ਸਿੰਘ ਜੀ। ਸੋ ਸਦਰਪੁਰੇ ਤੋਂ ਬਾਬਾ ਜੀ ਦੇ ਮਾਮਾ ਜੀ ਦੇ ਬੇਟੇ ਭਾਈ ਜੀਤ ਸਿੰਘ ਜੀ, ਜਿਹੜੇ ਹਰ ਰੋਜ਼ ਹੀ ਤਕਰੀਬਨ ਬਾਬਾ ਜੀ ਕੋਲ ਗੇੜਾ ਮਾਰਦੇ ਨੇ, ਤੇ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਬਾਬਾ ਜੀ ਨੂੰ। ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ, ਉਹ ਵੀ ਆਏ ਨੇ। ਗੁਰੂ ਕਿਰਪਾ ਕਰੇ। ਹੋਈਆਂ ਬੇਅੰਤ ਭੁੱਲਾਂ ਦੀ ਦਾਸ ਨੂੰ ਖਿਮਾ ਬਖਸ਼ੋ ਜੀ। ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ। ਗੁਰੂ ਚਰਨਾਂ ਵਿੱਚ ਇੱਕ ਵਾਰ ਫਿਰ ਅਰਦਾਸ ਕਰਦੇ ਹਾਂ ਕਿ ਆਪਾਂ ਸਾਰੇ ਰਲ ਮਿਲ ਕੇ ਭਾਈ ਜਸਵਿੰਦਰ ਸਿੰਘ ਹੋਰਾਂ ਨੂੰ ਸਹਿਯੋਗ ਦਈਏ ਤੇ ਇਹ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਇਸ ਅਸਥਾਨ ਦੀ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਨਾ। ਹਾਂਜੀ, ਅੱਛਾ, ਲਓ ਆਪਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਹੀ ਸਰੋਪਾਓ ਦੀ ਰਸਮ ਚੱਲ ਰਹੀ ਹੈ, ਉਸੇ ਦੌਰਾਨ ਜਗਦੇਵ ਸਿੰਘ ਜੀ ਜਾਚਕ, ਜਿਨ੍ਹਾਂ ਨੇ ਪਿਛਲੇ ਦਿਨਾਂ ਤੋਂ ਤੇ ਆਪਣੇ ਪਹਿਲੇ ਸਮੇਂ ਕਾਲ ਵਿੱਚ ਮਹਾਂਪੁਰਖਾਂ ਦਾ ਸੰਗ ਕੀਤਾ, ਸੰਥਿਆ ਵੀ ਇਹਨਾਂ ਨੇ ਬਾਬਾ ਜੀਆਂ ਤੋਂ ਲਈ ਆ। ਤੇ ਪਿਛਲੇ ਸਮੇਂ ਵਿੱਚ ਰਾਤ ਨੂੰ ਇਹ ਆ ਕੇ ਇੱਥੇ ਡਿਊਟੀ ਨਿਭਾ ਰਹੇ ਨੇ, ਤੇ ਅਸੀਂ ਬੇਨਤੀ ਕਰਦੇ ਹਾਂ ਕਿ ਆ ਕੇ ਸਰੋਪਾਓ ਦੀ ਜਿਹੜੀ ਭੇਟ ਲਈ ਜਾਵੇ। ਅਮਰਜੀਤ ਕਿੱਥੇ ਆ?
ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਹੜੇ ਪ੍ਰਬੰਧਕ ਨਗਰਾਂ ਤੋਂ ਆਏ ਨੇ ਕੁਝ ਕਾਰਵਾਈ ਕਰਨੀ ਹੈ। ਸੰਗਤ ਦੇ ਜੋ ਪ੍ਰਬੰਧਕ ਸੱਜਣ ਨੇ ਉਹਨਾਂ ਦੇ ਦਸਤਖਤ ਚਾਹੀਦੇ ਨੇ। ਸੋ ਹਾਲੇ ਕੋਈ ਵੀ ਜਾਣ ਦੀ ਖੇਚਲ ਨਾ ਕਰੇ। ਬਾਬਾ ਜੀ ਨੂੰ ਮਿਲ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।